ਲੁਧਿਆਣਾ ਖਬਰਨਾਮਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਗਦੀਸ਼ ਸੰਧੂ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਲੁਧਿਆਣਾ ਦੇ ਗਾਂਧੀ ਬਾਜ਼ਾਰ 'ਚ ਹੋਈ ਖੂਨੀ ਝੜਪ। ਨਜ਼ਦੀਕੀ ਦੁਕਾਨਦਾਰ ਦੀ ਬਾਈਕ ਦੇ ਨਾਲ ਨੌਜਵਾਨ ਦੀ ਹੋਈ ਟੱਕਰ। ਨੌਜਵਾਨਾਂ ਦੀ 15-20 ਵਿਅਕਤੀਆਂ ਵੱਲੋਂ ਕੀਤੀ ਗਈ ਕੁੱਟਮਾਰ ਦੀਆਂ ਤਸਵੀਰਾਂ ਹੋਈਆਂ ਸੀਸੀਟੀਵੀ ਕੈਮਰੇ 'ਚ ਕੈਦ। ਸਵਾਲਾਂ ਦੇ ਘੇਰੇ 'ਚ ਆਇਆ ਖੰਨਾ ਦਾ ਸਿਵਲ ਹਸਪਤਾਲ। ਜਣੇਪੇ ਲਈ ਆਈ ਮਹਿਲਾ ਦੀ ਨਹੀਂ ਲਈ ਸਾਰ। ਮਹਿਲਾ ਨੂੰ ਗੋਦ ਦੇ ਵਿੱਚ ਉਠਾ ਕੇ ਘੁੰਮਦਾ ਰਿਹਾ ਪਤੀ। ਲਾਪਰਵਾਹੀ ਦੀ ਵੀਡੀਓ ਆਈ ਸਾਹਮਣੇ। ਰੋਸ ਵਿੱਚ ਆਏ ਪਰਿਵਾਰ ਨੇ ਲਗਾਇਆ ਧਰਨਾ। ਹੁੰਜਨ ਹਸਪਤਾਲ ਦੇ ਵਿੱਚ ਰੋਬੋਟਿਕ ਤਕਨੀਕ ਦੀ ਕੀਤੀ ਗਈ ਸ਼ੁਰੂਆਤ। ਰੋਬੋਟਿਕ ਤਕਨੀਕ ਨਾਲ ਹੋਵੇਗੀ ਗੋਡੇ ਤੇ ਚੂਲੇ ਦੀ ਸਰਜਰੀ। ਰੋਬੋਟਿਕ ਤਕਨੀਕ ਵਾਲਾ ਉੱਤਰ ਭਾਰਤ ਦਾ ਪਹਿਲਾ ਸ਼ਹਿਰ ਬਣਿਆ ਲੁਧਿਆਣਾ। ਉਦਘਾਟਨ ਦੌਰਾਨ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਰਹੇ ਮੌਜੂਦ। ਲੁਧਿਆਣਾ ਵਿਖੇ ਭਗਤ ਰਵਿਦਾਸ ਜੀ ਦੇ ਜਨਮ ਦਿਨ ਨੂੰ ਸਮਰਪਿਤ ਨਗਰ ਕੀਰਤਨ। ਗੁਰਦੁਆਰਾ ਭਗਤ ਰਵਿਦਾਸ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਆਯੋਜਨ। ਪੰਜ ਪਿਆਰਿਆਂ ਨੇ ਕੀਤੀ ਨਗਰ ਕੀਰਤਨ ਦੀ ਅਗਵਾਈ। ਬੱਚਿਆਂ ਨੇ ਵਿਖਾਏ ਗੱਤਕੇ ਦੇ ਜੌਹਰ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਲੁਧਿਆਣਾ ਦੇ ਗਾਂਧੀ ਨਗਰ ਬਾਜ਼ਾਰ ਤੋਂ, ਜਿੱਥੇ ਇੱਕ ਬਹਿਸ ਖੂਨੀ ਝੜਪ ਦਾ ਰੂਪ ਧਾਰਨ ਕਰ ਗਈ। ਪੀੜਿਤ ਨੌਜਵਾਨ ਆਪਣੇ ਕੰਮ ਤੇ ਜਾ ਰਿਹਾ ਸੀ, ਜਿਸ ਦੀ ਨਜ਼ਦੀਕੀ ਦੁਕਾਨਦਾਰ ਦੇ ਨਾਲ ਬਾਈਕ ਤੇ ਟੱਕਰ ਹੋ ਗਈ, ਜਿਸ ਕਾਰਨ ਦੋਵਾਂ ਧਿਰਾਂ ਦੇ ਵਿੱਚ ਬਹਿਸ ਹੋ ਗਈ। ਜਿਸ ਤੋਂ ਬਾਅਦ ਜਿੱਦਾਂ ਹੀ ਪੀੜਿਤ ਨੌਜਵਾਨ ਆਪਣੀ ਦੁਕਾਨ ਤੇ ਪਹੁੰਚਿਆ ਤਾਂ ਉਸ ਤੇ 15-20 ਵਿਅਕਤੀਆਂ ਨੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਪੀੜਿਤ ਨੌਜਵਾਨ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਹ ਮੁੰਡਾ ਚੇਤਨ ਜੀ ਸਾਡੀ ਦੁਕਾਨ ਤੇ ਪਿਛਲੇ 8-9 ਸਾਲ ਤੋਂ ਨੌਕਰੀ ਕਰਦਾ ਜੀ। ਸਾਡੇ ਕੋਲ ਸਾਡੇ ਭਰਾਵਾਂ ਵਰਗਾ। ਇਹ ਕੱਲ ਕੰਮ ਤੇ ਆ ਰਿਹਾ ਸੀਗਾ ਸਵੇਰੇ ਦੁਕਾਨ ਤੇ ਇਹਦੀ ਕਿਸੇ ਨਾਲ ਥੋੜੀ ਬਹੁਤੀ ਬਹਿਸਬਾਜ਼ੀ ਹੋ ਗਈ। ਇਹਨੂੰ ਲੱਗਾ ਸ਼ਾਇਦ ਨਾਰਮਲ ਗੱਲ ਹੈ। ਇਹ ਆਪਣਾ ਦੁਕਾਨ ਤੇ ਕੰਮ ਕਰਨ ਆ ਗਿਆ। 15-20 ਮਿੰਟ ਅੱਧਾ ਘੰਟਾ ਪਿਆ। ਪਿੱਛੋਂ 20-25 ਇਹਨਾਂ ਨੇ ਮੂੰਹ ਤੇ ਰੁਮਾਲ ਬੰਨ੍ਹ ਕੇ ਇਹਦੇ ਤੇ ਲਾਡਾਂ ਦਾਤਰਾਂ ਬੇਸਬਾਲ ਨਾਲ ਜਾਨਲੇਵਾ ਹਮਲਾ ਕਰਤਾ। ਇਹਨੂੰ ਇੰਨੀ ਬੁਰੀ ਤਰ੍ਹਾਂ ਮਾਰਿਆ। ਮੁੜ ਕੇ ਬਾਜ਼ਾਰ ਵਾਲੇ ਇਕੱਠੇ ਹੋ ਗਏ, ਸਾਰਿਆਂ ਨੇ ਛਡਾਇਆ। ਇਹਨੂੰ ਹਸਪੀਟਲ ਲੈ ਕੇ ਗਏ ਤੇ ਘੜੀਸ ਕੇ ਆਪਣੀ ਦੁਕਾਨ ਤੇ ਲਿਆ ਕੇ ਦੁਕਾਨ ਦੇ ਬਾਹਰ ਬੰਨ੍ਹ ਕੇ ਵੀ ਇਹਨੂੰ ਕੁੱਟਿਆ। ਤੇ ਉਹਨਾਂ ਨੇ ਇੰਨੀ ਕੁ ਬਦਮਾਸ਼ੀ ਕੀਤੀ, ਮਤਲਬ ਇਹਨੂੰ ਜਾਨੋਂ ਮਾਰਨ 'ਚ ਕੋਈ ਕਸਰ ਨਹੀਂ ਛੱਡੀ। ਖਬਰ ਪਾਇਲ ਤੋਂ ਹੈ, ਜਿੱਥੇ ਸ਼ਰਮਸ਼ਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ। 10ਵੀਂ ਦੀ ਇੱਕ ਵਿਦਿਆਰਥਣ ਦੇ ਨਾਲ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਪਿੰਡ ਦੇ ਹੀ ਨੌਜਵਾਨ ਤੇ ਇਸ ਘਿਨੌਣੇ ਕਾਰੇ ਨੂੰ ਅੰਜਾਮ ਦੇਣ ਦੇ ਇਲਜ਼ਾਮ ਲੱਗੇ ਨੇ। ਪਰਿਵਾਰ ਵੱਲੋਂ ਇਸ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਵੱਖ-ਵੱਖ ਧਾਰਾਵਾਂ ਤਹਿਤ ਲੜਕੇ ਤੇ ਮਾਮਲਾ ਦਰਜ ਕਰ ਲਿਆ ਗਿਆ। ਪੁਲਿਸ ਵੀ ਆਪਣੇ ਮਾਈਨਰ ਲੜਕੀ ਆ, ਉਹਦੇ ਨਾਲ ਕਿਸੇ ਨੇ ਜ਼ਬਰਦਸਤੀ ਬਲਾਤਕਾਰ ਕੀਤਾ, ਜਿਸ ਦੇ ਆਧਾਰ ਤੇ ਅਸੀਂ ਮੁਕੱਦਮਾ ਦਰਜ ਕਰਕੇ ਤਫਤੀਸ਼ ਸਮਝ ਚ ਲਿਆਂਦੀ ਆ। ਮਾਈਨਰ ਲੜਕੀ ਦਾ ਸਾਡੇ ਮਹਿਲਾ ਥਾਣੇਦਾਰ ਨੇ ਰਾਜਵੰਤ ਕੌਰ ਸਬ ਇੰਸਪੈਕਟਰ, ਉਹਨਾਂ ਨੇ ਮੈਡੀਕਲ ਕਰਾ ਕੇ ਤੇ ਕੁੜੀ ਨੂੰ ਫਾਰਿਗ ਕਰ ਦਿੱਤਾ ਤੇ ਅੱਗੇ ਤਫਤੀਸ਼ ਜਾਰੀ ਹੈ ਜੀ। ਜਸਵਿੰਦਰਪਾਲ ਸਿੰਘ ਗੋਲਡੀ ਨੂੰ ਅਗਵਾ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਰੋਸ ਜ਼ਾਹਿਰ ਕੀਤਾ ਗਿਆ। ਪਰਿਵਾਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਗਾਏ ਗਏ ਨੇ ਕਿ ਪੁਲਿਸ ਵੱਲੋਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਜਲਦ ਤੋਂ ਜਲਦ ਇਨਸਾਫ ਕੀਤਾ ਜਾਵੇ। ਉਹਨਾਂ ਦੱਸਿਆ ਕਿ ਮਾਡਲ ਟਾਊਨ ਪੁਲਿਸ ਥਾਣੇ ਦੇ ਵਿੱਚ ਉਹਨਾਂ ਪਰਚਾ ਵੀ ਦਰਜ ਕਰਵਾਇਆ, ਪਰ ਪੁਲਿਸ ਨੇ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਕੀਤੀ। मैं प्रेस कॉन्फ्रेंस में कर रही हाँ। मेरा छोटा ब्रदर जसविंदरपाल सिंह गोल्डी, जिहदा कि किडनैपिंग होया सी 12 फरवरी ਨੂੰ 2021 ਦੇ ਵਿੱਚ, ਔਰ ਜਿਸ ਰਿਗਾਰਡਿੰਗ ਅਸੀਂ FIR ਵੀ ਫਾਈਲ ਕਰਵਾਈ ਹੋਈ ਹੈ ਮਾਡਲ ਟਾਊਨ ਪੁਲਿਸ ਸਟੇਸ਼ਨ ਦੇ ਵਿੱਚ। ਔਰ ਉਸ ਦੇ ਅਕੋਰਡਿੰਗਲੀ ਮੇਰੇ ਬ੍ਰਦਰ, ਮੇਰਾ ਗੁਰਮਿੰਦਰਪਾਲ ਸਿੰਘ ਮੇਰਾ ਵੱਡਾ ਬ੍ਰਦਰ, ਰਵਿੰਦਰਪਾਲ ਸਿੰਘ ਔਰ ਸੰਦੀਪ ਕੌਰ ਮੇਰੀ ਭਾਬੀ ਜਿਹੜੀ ਹੈ, ਉਹ ਇਸ ਕੇਸ ਦੇ ਵਿੱਚ ਦੋਸ਼ੀ ਨੇ। ਔਰ ਉਹਨਾਂ ਨੇ ਇਹ ਮੇਰੀ ਬ੍ਰਦਰ ਦੀ ਕਿਡਨੈਪਿੰਗ ਕਰਕੇ ਜੋ ਕੀਤਾ ਹੈ ਉਹਦੀ ਹੀ FIR ਹੈ। ਅਸੀਂ ਬੇਨਤੀ ਕਰਦੇ ਹਾਂ, ਪ੍ਰਸ਼ਾਸਨ ਨੇ ਪਰਚਾ ਵੀ ਦਰਜ ਕਰਤਾ। ਇਹਦੇ ਨਾਲ ਚੱਲਦਾ ਹੋਇਆ ਮੈਡੀਕਲ ਕਲੇਮ ਵੀ ਉਹਨਾਂ ਕੋਲ ਪਿਆ ਹੋਇਆ। ਇਹਦੇ ਨਾਲ ਉਹਨਾਂ ਕੋਲ ਟੋਟਲ ਕਾਰਿਆਕਰਮ ਜੋ ਹੋਇਆ, ਜੋ ਵਾਰਦਾਤ ਘਟਨਾ ਵਾਪਰੀ ਹੈ, ਉਹਦੀ ਵੀਡੀਓਗ੍ਰਾਫਰੀ ਛੋਟੇ ਤੋਂ ਲੈ IO ਤੋਂ ਲੈ ਕੇ ਵੱਡੇ ਆਫਿਸਰ ਤੱਕ, ਟੌਪ ਟੂ ਟੌਪ ਜਿਹੜੇ ਅਖੀਰ ਨੇ, ਉਹਨਾਂ ਤੱਕ ਇਹ ਵੀਡੀਓ ਪਹੁੰਚੀ ਹੋਈ ਹੈ। ਔਰ ਸਾਡੇ ਪਰਿਵਾਰ ਮੈਂਬਰਾਂ ਤੱਕ ਵੀ ਵੀਡੀਓ ਆਈ ਹੋਈ ਹੈ।
ਸਮਾਜ WhatsApp ਦੇ ਵਿੱਚ ਵੀ ਆਮ ਤੌਰ ਤੇ ਵਾਇਰਲ ਹੁੰਦੀ ਵੀ ਹੈ। ਇਸ ਤੋਂ ਵੱਧ ਹੋਰ ਕੀ ਸਬੂਤ ਚਾਹੀਦਾ? ਇੱਕ ਸਬੂਤ ਹੋਰ ਅਸੀਂ ਜਿਹੜਾ ਦੇ ਰਹੇ ਆ 09612 ਗੱਡੀ ਸਪੈਸ਼ਲ ਟ੍ਰੇਨ ਜਿਹੜੀ ਅਲਵਰ ਜਾਣੀ ਹੈ ਉਹਦੇ ਵਿੱਚ ਗੁਰਮਿੰਦਰ ਤੇ ਸੰਦੀਪ ਦੀ ਟਿਕਟਾਂ ਬੁੱਕ ਨੇ। ਟਿਕਟਸ ਵੀ ਤੁਹਾਨੂੰ ਅਸੀਂ ਕੱਲ ਤੱਕ ਪ੍ਰੋਵਾਈਡ ਕਰਾ ਦਾਂਗੇ। ਇਹਦੇ ਗਰੋਹ ਦੇ ਮੈਂਬਰਾਂ ਦੇ ਵਿੱਚੋਂ ਸਾਨੂੰ ਸਾਹਮਣੇ ਗੱਲ ਆ ਰਹੀ ਹੈ ਜੀ। ਤੇ ਉਧਰ ਇੱਕ ਵਾਰ ਫੇਰ ਤੋਂ ਸਿਵਲ ਹਸਪਤਾਲ ਚੰਗੀਆਂ ਸਿਹਤ ਸੁਵਿਧਾਵਾਂ ਦੇ ਦਾਅਵਿਆਂ ਦੀ ਪੋਲ ਖੋਲਦਾ ਹੋਇਆ ਨਜ਼ਰ ਆਇਆ। ਖੰਨਾ ਦੇ ਸਿਵਲ ਹਸਪਤਾਲ ਵਿਵਾਦਾਂ ਦੇ ਵਿੱਚ ਘਿਰ ਗਿਆ ਹੈ। ਡਿਲੀਵਰੀ ਕਰਵਾਉਣ ਲਈ ਇੱਕ ਮਜ਼ਦੂਰ ਆਪਣੀ ਗਰਭਵਤੀ ਪਤਨੀ ਨੂੰ ਲੈ ਕੇ ਹਸਪਤਾਲ ਦੇ ਵਿੱਚ ਪਹੁੰਚਿਆ, ਜਿੱਥੇ ਕੋਈ ਡਾਕਟਰ ਮੌਜੂਦ ਨਹੀਂ ਸੀ ਤੇ ਮੌਜੂਦ ਸਟਾਫ ਵੱਲੋਂ ਮਦਦ ਨਾ ਮਿਲਣ ਤੇ ਗੋਦ ਦੇ ਵਿੱਚ ਹੀ ਉਹ ਆਪਣੀ ਪਤਨੀ ਨੂੰ ਲੈ ਕੇ ਘੁੰਮਦਾ ਹੋਇਆ ਨਜ਼ਰ ਆਇਆ, ਜਿਸ ਤੇ ਵੀਡੀਓ ਹਸਪਤਾਲ ਦੇ ਵਿੱਚ ਸਾਹਮਣੇ ਆਈ ਹੈ, ਜੋ ਕਿ ਹਸਪਤਾਲ ਦੇ ਸਟਾਫ ਨੂੰ ਸਵਾਲਾਂ ਦੇ ਕਟਹਿਰੇ ਦੇ ਵਿੱਚ ਖੜਾ ਕਰਦੀ ਹੈ। ਮਹਿਲਾ ਦੇ ਪਤੀ ਨੇ ਇਲਜ਼ਾਮ ਲਗਾਇਆ ਨੇ ਕਿ ਜਦ ਐਂਬੂਲੈਂਸ ਦੇ ਵਿੱਚ ਲੁਧਿਆਣਾ ਜਾਣ ਦੀ ਗੱਲ ਕੀਤੀ ਤਾਂ ਐਂਬੂਲੈंस भी पंचर हो गई। बुधवार की शाम को मैं यहाँ पे अपनी घरवाली को लेकर आया था, बच्चा होने वाला था। क्या नाम था उसका? शेखा नाम है उसका। तो बच्चा होने वाला था तो लेबर पेन ज़्यादा ही हो रहा था उसको दर्द। तो इन्होंने डॉक्टर नहीं बैठी थी नीचे, उन्होंने देख के और उसको कह दिया भाई तू ऊपर ले जा। ऊपर वार्ड में ले गया। मैंने वहाँ पे बेड पर लिटा दिया। ऊपर भी 2-3 मैडम थी, वो कह रही भाई तू ऐसा कर फाइल बनवा के लिया नीचे से जाके अपनी, हम इसको देखते हैं अभी। जब फाइल बनवाने को मैं आया नीचे तो डॉक्टर भी खड़ा हो गया वहाँ पे, कहता है इसका यहाँ पे कुछ नहीं हो सकता है, लुधियाना ले जा। मैं कहा सारा ट्रीटमेंट तो यहाँ पर कराया मैंने इसका, ये देखो ये स्कैन वगैरह सारी पर्चियाँ ट्रीटमेंट सारे उड़े के करा हुआ है। तो कह रहे भाई बेशक करा हुआ है पर हमारा डॉक्टर ही बीमार है तो हम क्या कर सकते हैं। मैं कहा हॉस्पिटल इतना बड़ा है, डॉक्टर का इलाज करा सकते हो हॉस्पिटल में। उन्होंने मेरी एक भी बात नहीं मानी जी। मैंने फिर इनका वीडियो बनाया। मैं तो जा ही रहा हूँ, कम से कम लोगों को पता लगेगा भाई ये कौन डॉक्टर है और क्या कर रहे हैं मेरे साथ में। मैं डॉक्टर वसीम ऑफिशिएटिंग इंचार्ज ਸੀਗਾ ਜਿਸ ਦਿਨ ਰਾਤ ਨੂੰ ਡਿਲੀਵਰੀ ਦਾ ਪੇਸ਼ੈਂਟ ਆਇਆ। ਮੰਦਭਾਗਾ ਹੈ ਕਿ ਵੀ ਪੇਸ਼ੈਂਟ ਆਇਆ ਕਿ ਕਹਿੰਦੇ ਗਰੀਬ ਬੰਦਾ ਹਸਪੀਟਲ 'ਚ ਆਇਆ, ਉਹਨੂੰ ਸਰਵਿਸਿਜ਼ ਨਹੀਂ ਪ੍ਰੋਵਾਈਡ ਹੋ ਪਾਈਆਂ ਕਿਉਂਕਿ ਸਾਡੀ ਇੱਕ ਗਾਇਨਾਕੋਲੋਜਿਸਟ ਜਿਹੜੇ ਡਾਕਟਰ ਬਾਜਵਾ ਹੈਗੇ ਆ ਉਹ ਰਿਜ਼ਾਈਨ ਕਰਕੇ ਚਲੇ ਗਏ ਤੇ ਦੂਸਰੀ ਜਿਹੜੀ ਗਾਇਨਾਕੋਲੋਜਿਸਟ ਹੈਗੇ ਆ ਉਹਨਾਂ ਨੂੰ ਡਾਕਟਰ ਨੀਰੂ ਨੂੰ ਉਹਨਾਂ ਨੂੰ ਕਾਫੀ ਜ਼ਿਆਦਾ ਡਿਸਕ ਦੀ ਪ੍ਰੋਬਲਮ ਹੈ, ਲੱਤਾਂ ਉਹਨਾਂ ਦੀਆਂ ਸੁੰਨ ਹੋਈ ਜਾਂਦੀਆਂ ਸੀ ਜਿਸ ਕਰਕੇ ਉਹ ਛੁੱਟੀ 'ਤੇ ਸੀਗੇ। EMOs ਜਿਹੜੇ ਸੀਗੇ ਉਹ ਡਾਕਟਰ ਗੁਰਮਨ ਸੀਗੇ, ਉਹਨਾਂ ਨੇ ਜਿਹੜਾ ਹੈਗਾ ਕਾਲ ਨਹੀਂ ਕੀਤੀ SMO ਨੂੰ ਜਾਂ ਕੀ ਕਹਿੰਦੇ ਜਿਹੜਾ ਹੈ ਕੋਈ ਐਡਵਾਈਸ ਕਿਸੇ ਸੀਨੀਅਰ ਬੰਦੇ ਤੋਂ ਨਹੀਂ ਲਿੱਤੀ ਕਿਉਂਕਿ ਗਾਇਨਾਕੋਲੋਜਿਸਟ ਡਿਊਟੀ 'ਤੇ ਨਹੀਂ ਸੀਗੇ। ਉਹਨਾਂ ਨੇ ਆਪਣੇ ਵੱਲੋਂ ਬੈਸਟ ਕੀ ਕਹਿੰਦੇ ਕਿ ਵੀ ਜੀ ਇਹਨੂੰ ਅਸੀਂ ਕੀ ਕਹਿੰਦੇ ਬੈਸਟ ਇੰਟਰਸਟ ਦੇ ਵਿੱਚ ਜਿਹੜਾ ਹੈਗਾ ਲੁਧਿਆਣੇ ਸਿਵਲ ਹਸਪੀਟਲ ਭੇਜ ਦਈਏ ਤੇ ਉਹਨਾਂ ਨੇ ਕਰ ਦਿੱਤਾ। ਖੰਨਾ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਬਿੱਲਾ ਵਾਲੀ ਛਪੜੀ ਦੇ ਵਿੱਚ ਕਿਰਾਏ ਤੇ ਰਹਿੰਦਾ ਸੀ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਧੀ ਤੇ ਪਤਨੀ ਬਾਜ਼ਾਰ ਗਈਆਂ ਹੋਈਆਂ ਸਨ। ਜਦੋਂ ਉਹਨਾਂ ਵਾਪਸ ਆ ਕੇ ਦੇਖਿਆ ਤਾਂ ਮ੍ਰਿਤਕ ਕਮਰੇ ਦੇ ਵਿੱਚ ਡਿੱਗਿਆ ਪਿਆ ਸੀ। ਰਾਜੇਸ਼ ਕੁਮਾਰ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤੇ ਉਸ ਨੂੰ ਮ੍ਰਿਤਕ ਐਲਾਨਿਆ ਗਿਆ। ਦੂਜੀ ਤਰਫ ਮਾਲਕ ਮਕਾਨ ਨੇ ਇਸ ਮਾਮਲੇ ਤੋਂ ਕਿਨਾਰਾ ਕਰਦਿਆਂ ਹੋਇਆ ਕਿਹਾ ਕਿ ਉਸ ਨੂੰ ਇਸ ਮਾਮਲੇ ਦੇ ਵਿੱਚ ਬਿਨਾਂ ਮਤਲਬ ਤੋਂ ਹੀ ਘੜੀਸਿਆ ਜਾ ਰਿਹਾ। 17 ਤਰੀਕ ਦਾ ਟਾਈਮ ਦਿੱਤਾ ਸੀ ਅਸੀਂ ਨੇ ਖਾਲੀ ਕਰਨ ਦੇ ਇਹਨਾਂ ਨੂੰ ਕਮਰਾ। ਹਾਂਜੀ ਮੈਂ ਕਿਹਾ ਵੀ ਐਡਵਾਂਸ ਦਿੱਤਾ ਹੋਇਆ ਵੀ ਤੂੰ ਖਾਲੀ ਕਿਉਂ ਕਰਨਾ ਹੈ। ਹਾਂਜੀ ਦੇ ਥਰੂ ਤੇ ਗੱਲ ਹੋਈ ਸੀ ਸਾਡੀ। ਹਾਂਜੀ ਮੈਂ ਕਿਹਾ ਵੀ ਤੁਸੀਂ ਐਡਵਾਂਸ ਦਿੱਤਾ ਚਲ 1 ਮਹੀਨਾ ਅਸੀਂ ਹੋਰ ਰਵਾਂਗੇ। ਮੈਂ ਮਕਾਨ ਮਾਲਕ ਨੂੰ ਬੋਲਿਆ, ਮੈਂ ਕਿਹਾ ਮੇਰੇ ਘਰ ਵਾਲੇ ਨੂੰ ਤੁਸੀਂ ਕੁਝ ਨਹੀਂ ਕਹਿਣਾ ਹੈਗਾ। ਇਹਨਾਂ ਨੇ ਰਾਤ ਨੂੰ ਆਇਆ, ਇਹਨਾਂ ਦੇ 3 ਜਾਣੇ ਸੰਜੇ ਨੇ ਤੇ ਮੁੰਡੇ ਨੇ ਹਮਲਾ ਕੀਤਾ ਨਾਲ ਇਹਨਾਂ ਦੇ। ਸਾਨੂੰ ਉਹ ਤੋਂ ਬਾਅਦ ਕਹਿੰਦੇ ਤੁਸੀਂ ਘਰੇ ਜਾਓ। ਮੈਂ ਘਰੇ ਨਹੀਂ ਜਾਣਾ ਹੈਗਾ, ਇੱਥੋਂ ਰਾਤ ਨੂੰ ਕੱਢਿਆ ਇਹਨਾਂ ਨੇ। ਇਹ ਗੱਲ ਕੁਛ ਨਹੀਂ ਹੋਈ ਜੀ। ਅਸੀਂ 3 ਮਹੀਨੇ ਦਾ ਕਿਰਾਇਆ ਲੈਣਾ ਸੀ, ਉਹਨੂੰ ਕਿਹਾ ਵੀ ਇਹ ਕਹਿੰਦੇ ਜੀ 17 ਤਰੀਕ ਨੂੰ ਮਕਾਨ ਖਾਲੀ ਕਰ ਦਾਂਗੇ। ਇਹਨਾਂ ਨੇ ਕਰਿਆ ਨਹੀਂ ਹੈ। ਕਿੰਨੇ ਮਹੀਨੇ ਕਿਰਾਇਆ ਸੀ? 3 ਮਹੀਨੇ ਦਾ। ਅੱਛਾ ਇਹ ਜਿਹੜਾ ਕਿਰਾਏਦਾਰ ਸੀ ਇਹਦਾ ਨਾਂ ਕੀ ਸੀਗਾ? ਰਾਜੂ। ਉਹਨਾਂ ਨੂੰ ਕਿਹਾ ਵੀ ਆ ਸਾਡਾ ਮਕਾਨ ਖਾਲੀ ਕਰ ਦਿਓ। ਉਹ ਫਿਰ ਉਹ ਬੋਲਣ ਲੱਗ ਗਏ। ਉਹਦੀ ਘਰ ਵਾਲੀ ਆ ਗਈ, ਕੁੜੀ ਆ ਗਈ, ਉਹ ਫਿਰ ਬੋਲ ਬੁਲਾ ਕੇ ਚਲੇ ਗਏ। ਮੈਂ ਆਪਣਾ ਸਤਸੰਗ ਕਰ ਚਲੇ ਗਿਆ। ਮੇਰੀ ਰਾਤ ਨਾਈਟ ਡਿਊਟੀ ਸੀਗੀ। ਮੈਂ ਸਵੇਰ ਰਾਤ 9 ਵਜੇ ਉੱਥੇ ਪਹੁੰਚ ਗਿਆ ਤੇ ਉਰੇ ਸਵੇਰੇ 6 ਵਜੇ ਆਇਆ। ਭਈ ਇਸ ਦੇ ਵਿੱਚ ਸਾਡਾ ਕੋਈ ਰੋਲ ਨਹੀਂ ਹੈਗਾ। ਲੁਧਿਆਣਾ ਦੇ ਵਾਰਡ ਨੰਬਰ 49 ਦੇ ਵਿੱਚ ਹਲਕਾ ਇੰਚਾਰਜ ਕਮਲਜੀਤ ਕੜਵਲ ਦੀ ਮੌਜੂਦਗੀ ਦੇ ਵਿੱਚ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਕੜਵਲ ਨੇ ਕਿਹਾ ਕਿ 1 ਕਰੋੜ 74 ਲੱਖ ਦੀ ਲਾਗਤ ਦੇ ਨਾਲ ਇਲਾਕੇ ਦੇ ਵਿੱਚ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ। ਉਹਨਾਂ ਇਸ ਮੌਕੇ ਇਲਾਕੇ ਦੇ MC ਗੁਰਪ੍ਰੀਤ ਗੋਪੀ ਦੀ ਸ਼ਲਾਘਾ ਕੀਤੀ ਤੇ MLA ਦਾ ਸਿਆਸੀ ਘਿਰਾਓ ਵੀ ਕੀਤਾ।
ਸੋ ਅੱਜ ਵਾਰਡ ਨੰਬਰ 49 ਦੇ ਵਿੱਚ ਜਿੱਥੋਂ ਰਜਿੰਦਰ ਕੌਰ ਗੋਪੀ ਜੀ ਦੇ ਮਾਤਾ ਜੀ ਨੇ ਕਾਉਂਸਲਰ ਨੇ ਇਸ ਏਰੀਏ ਤੋਂ, ਇੱਥੇ ਅੱਜ 1 ਕਰੋੜ 74 ਲੱਖ ਰੁਪਏ ਦੀਆਂ ਸੜਕਾਂ ਦਾ ਜਿਹੜਾ ਕੰਮਾਂ ਦਾ ਉਦਘਾਟਨ ਕੀਤਾ ਗਿਆ। ਇਹਦੇ ਵਿੱਚ ਲਗਭਗ ਆਤਮ ਨਗਰ ਤੇ ਡੀ ਬਲਾਕ ਦੀਆਂ ਸਾਰੀਆਂ ਹੀ ਸੜਕਾਂ, ਇਹਦੇ ਵਿੱਚ ਕਰਤਾਰ ਨਗਰ ਦੀਆਂ ਸਾਰੀਆਂ ਹੀ ਸੜਕਾਂ ਆ ਜਾਣੀਆਂ ਨੇ। ਸੋ ਜਿਹੜੇ ਵਾਅਦੇ ਕਰਕੇ ਲੋਕਾਂ ਤੋਂ ਵੋਟਾਂ ਲਈਆਂ ਨੇ, ਮੈਂ ਹਮੇਸ਼ਾ ਉਹਨਾਂ ਦਾ ਮੁੱਲ ਮੋੜਿਆ, ਨਾ ਕਿ ਵੋਟਾਂ ਲੈਣ ਤੋਂ ਬਾਅਦ ਜਿਹੜਾ ਲੋਕਾਂ ਨੂੰ ਕੁਝ ਡਿਲੀਵਰ ਨਾ ਕੀਤਾ ਹੋਵੇ। ਇਹ ਕਦੇ ਮੇਰੀ ਸੋਚ ਨਹੀਂ ਰਹੀ। ਇੱਥੇ ਸਭ ਤੋਂ ਪਹਿਲਾਂ ਤਾਂ ਸਰਦਾਰ ਕਮਲਜੀਤ ਸਿੰਘ ਜੀ ਕੜਵਲ ਔਰ ਗੁਰਪ੍ਰੀਤ ਸਿੰਘ ਜੀ ਗੋਪੀ, ਇਹਨਾਂ ਦਾ ਜੀ ਆਇਆਂ ਆਖਦਾ ਕਿ ਇਹਨਾਂ ਨੇ ਇੱਥੇ ਪਹੁੰਚ ਕੇ ਇਲਾਕੇ ਦੀ ਬਿਹਤਰੀ ਲਈ ਪਹਿਲਾਂ ਵੀ ਹਮੇਸ਼ਾ ਕੰਮ ਕਰਦੇ ਆਏ ਤੇ ਹੁਣ ਅੱਜ ਫਿਰ ਇੱਥੇ ਸੜਕਾਂ ਦਾ ਉਦਘਾਟਨ ਕੀਤਾ। ਔਰ ਮੈਂ ਇਹ ਵੀ ਥੈਂਕਸ ਕਰਦਾ ਕਿ ਇਹ ਸਰਕਾਰ ਕੋਲੋਂ ਹਲਕਾ ਇੰਚਾਰਜ ਕਾਂਗਰਸ ਦੇ ਹੋਣ ਦੇ ਨਾਤੇ ਆਪਣੇ ਇਲਾਕੇ ਲਈ ਬਹੁਤ ਸਾਰੇ ਫੰਡ ਲੈ ਕੇ ਆਏ ਨੇ। ਇਹ ਸ਼ਲਾਘਾਯੋਗ ਹੈ ਔਰ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਸਾਨੂੰ ਜਦੋਂ ਵੀ ਕੋਈ ਕੌਂਸਲਰ ਲੈਵਲ ਤੇ ਕੰਮ ਹੁੰਦਾ ਤਾਂ ਗੁਰਪ੍ਰੀਤ ਜੀ ਗੋਪੀ ਔਰ ਐਮਐਲਏ ਲੈਵਲ ਦਾ ਕੰਮ ਹੁੰਦਾ ਤਾਂ ਸਰਦਾਰ ਕਮਲਜੀਤ ਸਿੰਘ ਜੀ ਕੜਵਲ, ਜੋ ਕਿ ਸਾਡੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ। ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਭੁਪਿੰਦਰ ਸਿੰਘ ਧਾਲੀਵਾਲ ਵੱਲੋਂ ਦਹਿਸ਼ਤਗਰਦੀ ਵਿਸ਼ੇ ਦੇ ਉੱਪਰ ਕਿਤਾਬ ਰਿਲੀਜ਼ ਕੀਤੀ ਗਈ। ਇਸ ਮੌਕੇ ਬੋਲਦਿਆਂ ਡਾਕਟਰ ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਦਹਿਸ਼ਤਗਰਦੀ ਤੇ ਇਹਨਾਂ ਨਿੱਠ ਕੇ ਅਧਿਐਨ ਪੰਜਾਬੀ ਸਾਹਿਤ ਵਿੱਚ ਇਸ ਤੋਂ ਪਹਿਲਾਂ ਨਹੀਂ ਮਿਲਦਾ। ਉਹਨਾਂ ਕਿਹਾ ਕਿ ਇਸ ਕਿਤਾਬ ਦੇ ਵਿੱਚ ਦਹਿਸ਼ਤਗਰਦੀ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਦੌਰਾਨ ਕਿਤਾਬ ਦੇ ਲੇਖਕ ਡਾਕਟਰ ਭੁਪਿੰਦਰ ਸਿੰਘ ਧਾਲੀਵਾਲ ਨੇ ਵੀ ਕਿਤਾਬ ਅਤੇ ਦਹਿਸ਼ਤਗਰਦੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਜਿਹੜੀ ਪੁਸਤਕ ਅਸੀਂ ਅੱਜ ਇਹ ਲੋਕ ਅਰਪਣ ਕੀਤੀ ਹੈ ਪੰਜਾਬੀ ਭਵਨ ਦੇ ਵਿੱਚ, ਭੁਪਿੰਦਰ ਸਿੰਘ ਧਾਲੀਵਾਲ ਹੁਣਾਂ ਦੀ ਪੁਸਤਕ ਦਾ ਨਾਮ ਹੈ ਦਹਿਸ਼ਤਗਰਦੀ। ਦਹਿਸ਼ਤਗਰਦੀ ਬਾਰੇ ਇੰਨਾ ਨਿੱਠਕੇ ਅਧਿਐਨ ਪੰਜਾਬੀ ਸਾਹਿਤ ਦੇ ਵਿੱਚ ਪਹਿਲਾਂ ਨਹੀਂ ਮਿਲਦਾ। ਬੜਾ ਜ਼ਰੂਰਤ ਸੀ ਇਸ ਗੱਲ ਦੀ, ਕਿਉਂਕਿ ਜਿਹੜੇ ਲਹਿਰਾਂ ਚੱਲ ਰਹੀਆਂ ਨੇ ਜਾਂ ਸਮਾਜ ਦੇ ਵਿੱਚ ਲੜਨ ਵਾਲੇ ਲੋਕ ਨੇ, ਉਹਨਾਂ ਨੂੰ ਦਹਿਸ਼ਤਗਰਦੀ ਪ੍ਰਤੀ ਕਿਵੇਂ ਸੁਚੇਤ ਰਹਿਣਾ ਚਾਹੀਦਾ, ਦਹਿਸ਼ਤਗਰਦੀ ਦੀਆਂ ਕਿਹੜੇ ਰੂਪ ਹੁੰਦੇ ਆ, ਕਿਵੇਂ ਪੈਦਾ ਹੁੰਦੀ ਹੈ ਇਹ, ਕਿਵੇਂ ਇਹਨੂੰ ਕਾਬੂ ਕੀਤਾ ਜਾ ਸਕਦਾ ਹੈ, ਕਿਵੇਂ ਇਹਦੇ 'ਚ ਏਜੰਸੀਆਂ ਆਪਰੇਟ ਕਰਦੀਆਂ ਨੇ, ਇਹ ਸਾਰਾ ਕੁਝ ਦਾ ਲੰਮਾ ਚੌੜਾ ਅਧਿਐਨ ਹੈ ਇਸ ਪੁਸਤਕ ਦੇ ਵਿੱਚ ਕੀਤਾ ਹੋਇਆ। ਸੋ ਇਸ ਪੁਸਤਕ ਨੇ ਜਿਹੜੀ ਗੱਲ ਕੀਤੀ ਹੈ ਇਹ ਬੜੀ ਬਾਮੌਕਾ ਹੈ। ਅੱਜ ਸਾਹਿਤ ਅਕੈਡਮੀ ਦੇ ਪੰਜਾਬੀ ਭਵਨ ਵਿੱਚ ਮੇਰੀ ਕਿਤਾਬ ਦਹਿਸ਼ਤਗਰਦੀ, ਜੋ ਇੱਕ ਅੱਜ ਦਾ ਇੰਪੋਰਟੈਂਟ ਰਾਜਨੀਤਿਕ ਹਥਿਆਰ ਬਣ ਚੁੱਕਿਆ ਵਾ, ਉਹਦੀ ਲੋਕ ਅਰਪਣ ਕਰਨ ਦੀ ਸੈਰੇਮੋਨੀ 'ਚ ਹਾਜ਼ਰ ਹੋਇਆ ਹਾਂ। ਇਹ ਕਿਤਾਬ ਮੈਂ ਕਾਫੀ ਸੋਚ ਵਿਚਾਰ ਤੋਂ ਬਾਅਦ, ਇੰਟਰੈਕਸ਼ਨ ਤੋਂ ਬਾਅਦ, ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਨੇ, ਉੱਥੋਂ ਦੀਆਂ ਅਲੱਗ-ਅਲੱਗ ਮੁਲਕਾਂ ਦੇ, ਅਫਗਾਨਿਸਤਾਨ, ਸਾਊਦੀ ਅਰਬੀਆ, ਪਾਕਿਸਤਾਨ, ਯੂਨਾਨ ਔਰ ਈਵਨ ਇੰਗਲਿਸ਼ ਦੀਆਂ ਜਿੰਨੀਆਂ ਵੀ ਸੁਸਾਇਟੀਜ਼ ਸੀਗੀਆਂ, ਉਹਨਾਂ ਦੇ ਉੱਪਰ ਸਟੱਡੀ ਕਰਕੇ ਇਹ ਕਿਤਾਬ ਮੈਂ ਲਿਖੀ। ਜਗਰਾਉਂ ਵਿਖੇ ਭੂਮੀ ਰੱਖਿਆ ਤੇ ਜਲ ਸੰਭਾਲ ਵਿਭਾਗ ਵੱਲੋਂ ਇਕੱਤਰਤਾ ਕੀਤੀ ਗਈ। ਇਸ ਦੌਰਾਨ ਵਿਭਾਗ ਦੇ ਰਿਟਾਇਰਡ ਅਤੇ ਮੌਜੂਦਾ ਕਰਮਚਾਰੀ ਮੌਜੂਦ ਰਹੇ। ਇਸ ਮੌਕੇ ਪਿਛਲੇ ਸਾਲ ਵਿਭਾਗ ਦੇ ਵਿਛੜੇ ਸਾਥੀਆਂ ਦੇ ਲਈ ਮੌਨ ਰੱਖਿਆ ਗਿਆ ਅਤੇ 75 ਸਾਲ ਤੋਂ ਉੱਪਰ ਦੇ ਰਿਟਾਇਰਡ ਕਰਮਚਾਰੀਆਂ ਦਾ ਸਨਮਾਨ ਵੀ ਕੀਤਾ ਗਿਆ। ਸਾਡੀ ਇੱਥੇ ਜਗਰਾਉਂ ਸਬ ਡਿਵੀਜ਼ਨ ਦੇ ਵਿੱਚ ਸੋਇਲ ਕੰਜ਼ਰਵੇਸ਼ਨ ਡਿਪਾਰਟਮੈਂਟ ਤੇ ਜਿਹੜੇ ਰਿਟਾਇਰਡ ਕਰਮਚਾਰੀ ਜਾਂ ਅਧਿਕਾਰੀ, ਉਸ ਤੋਂ ਇਲਾਵਾ ਜਿਹੜੇ ਮੌਜੂਦਾ, ਉਹਨਾਂ ਨੇ ਇੱਕ ਇਕੱਤਰਤਾ ਕੀਤੀ। ਇਹ ਸਾਡਾ ਇੱਕ ਇੱਥੇ ਸਾਲਾਨਾ ਈਵੈਂਟ ਆ, ਅਸੀਂ ਹਰ ਸਾਲ ਇੱਥੇ ਇੱਦਾਂ ਹੀ ਕਰਦੇ ਹਾਂ। ਤੇ ਇਹਦੇ ਵਿੱਚ ਅਸੀਂ ਜਿਹੜੇ ਰਿਟਾਇਰਡ ਸਾਡੇ 75 ਸਾਲ ਤੋਂ ਉੱਪਰ ਦੀ ਏਜ ਦੇ ਬੰਦੇ ਹੁੰਦੇ ਆ, ਉਹਨਾਂ ਨੂੰ ਅਸੀਂ ਸਨਮਾਨਿਤ ਵੀ ਕਰਦੇ ਹਾਂ। ਤੇ ਉਸ ਤੋਂ ਇਲਾਵਾ ਜਿਹੜੇ ਬੰਦੇ ਇਸ ਸਾਲ ਦੇ ਵਿੱਚ ਰਿਟਾਇਰ ਹੁੰਦੇ, ਉਹਨਾਂ ਨੂੰ ਅਸੀਂ ਉਹਨਾਂ ਦਾ ਵੀ ਸਨਮਾਨ ਕਰਦੇ ਹਾਂ। ਇਸ ਤੋਂ ਇਲਾਵਾ ਅਸੀਂ ਜਿਹੜੇ ਬੰਦੇ ਇਸ ਦੇ ਵਿੱਚ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੇ ਇਸ 1 ਸਾਲ ਦੇ ਵਿੱਚ, ਉਹਨਾਂ ਦੀ ਯਾਦ ਵਿੱਚ ਇੱਕ ਮੌਨ ਵਰਤ ਵੀ ਰੱਖਦੇ ਹਾਂ ਅਸੀਂ। ਤੇ ਇਸ ਵਾਰੀ ਜਿਹੜਾ ਕੋਈ ਕਰੰਟ ਮੁੱਦਾ ਹੁੰਦਾ, ਅਸੀਂ ਉਹਦੇ ਬਾਰੇ ਵੀ ਇਹਦੇ ਵਿੱਚ ਡਿਸਕਸ ਕਰਦੇ ਹਾਂ ਹਰ ਸਾਲ। ਇਸ ਵਾਰ ਕਿਸਾਨੀ ਦਾ ਮੁੱਦਾ ਕਰੰਟ ਮੁੱਦਾ, ਤਾਂ ਅਸੀਂ ਉਹਦੇ ਵਿੱਚ ਇੱਕ ਸਾਂਝੇ ਤੌਰ 'ਤੇ ਮਤਾ ਪਾਸ ਕੀਤਾ ਕਿ ਅਸੀਂ ਉਸ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹਾਂ ਆਪਣੇ ਵਿਭਾਗ ਵੱਲੋਂ, ਤੇ ਆਪਣੇ ਜਿਹੜੇ ਰਿਟਾਇਰਡ ਕਰਮਚਾਰੀ ਉਹਨਾਂ ਵੱਲੋਂ ਵੀ ਅਸੀਂ ਇਹਦਾ ਸਮਰਥਨ ਕਰਦੇ ਹਾਂ ਤੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਸਲੇ ਦਾ ਜਲਦੀ ਹੱਲ ਕੱਢਿਆ ਜਾਵੇ। ਅੱਜ ਸਾਡਾ ਤੁਹਾਨੂੰ ਬੜੀ ਪੰਤ ਪਤਾ ਹੈਗਾ, ਪਾਣੀ ਤੇ ਮਿੱਟੀ ਸੰਭਾਲ ਦਾ ਮਹਿਕਮਾ, ਜਿਹਨੂੰ ਭੂਮੀ ਰੱਖਿਆ ਅੰਗਰੇਜ਼ੀ ਦੇ ਵਿੱਚ ਆਪਾਂ ਸੋਇਲ ਕੰਜ਼ਰਵੇਸ਼ਨ ਕਹਿ ਦਿੰਦੇ ਹਾਂ, ਉਹਨਾਂ ਦੇ ਪੁਰਾਣੇ ਅਤੇ ਨਵੇਂ ਜਿਹੜੇ ਅਫਸਰ ਅਤੇ ਮਤਲਬ ਕਰਮਚਾਰੀ, ਉਹਨਾਂ ਨੇ ਇੱਕ ਇਕੱਠ ਰੱਖਿਆ ਸੀਗਾ, ਜਿਹਦੇ ਵਿੱਚ ਆਪਣੀਆਂ ਨਿੱਜੀ ਸਮੱਸਿਆਵਾਂ ਤਾਂ ਜਿਹੜੀਆਂ ਹੋਰ ਚੀਜ਼ਾਂ ਕਰਨ ਵਾਸਤੇ ਵੀ ਇੱਕ ਦੂਜੇ ਨਾਲ ਗੈਟ ਟੂਗੇਦਰ ਵਾਸਤੇ ਰੱਖਿਆ ਸੀਗਾ। ਪਰ ਉਹਦੇ ਨਾਲ ਹੀ ਤੁਹਾਨੂੰ ਪਤਾ ਹੈ ਕਿ ਮਤਲਬ ਬਾਰਡਰਾਂ 'ਤੇ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਸਾਰੇ ਬੰਦੇ 200-250 ਤੋਂ ਉੱਪਰ ਜਾਨਾਂ ਜਾ ਚੁੱਕੀਆਂ ਨੇ, ਜਿਨ੍ਹਾਂ ਦੀ ਯਾਦ ਦੇ ਵਿੱਚ 2 ਮਿੰਟ ਦਾ ਮੌਨ ਵੀ ਰੱਖਿਆ ਗਿਆ। ਪਰੰਤੂ ਇਹ ਵੀ ਫੈਸਲਾ ਕੀਤਾ ਗਿਆ ਕਿ ਇੱਕ ਦਿਨ ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਉੱਥੇ ਉਹਨਾਂ ਦਾ
ਦਾ ਨਿੱਜੀ ਤੌਰ ਤੇ ਜਾਂ ਫਿਜ਼ੀਕਲੀ ਸਮਰਥਨ ਕਰਕੇ ਆਵਾਂਗੇ। ਰਾਏਕੋਟ ਦੇ ਰੋਟਰੀ ਕਲੱਬ ਦੇ ਵਿੱਚ ਚਮੜੀ ਦੇ ਰੋਗਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ। ਇਸ ਦੌਰਾਨ ਚਮੜੀ ਰੋਗ ਦੇ ਮਾਹਰ ਡਾਕਟਰ ਸੰਜੀਵ ਹਾਂਸ ਵੱਲੋਂ 12 ਮਰੀਜ਼ਾਂ ਦਾ ਮੁਫਤ ਚੈੱਕਅਪ ਕੀਤਾ ਗਿਆ ਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ। ਅੱਜ ਅਸੀਂ ਸਕਿਨ ਦਾ ਫ੍ਰੀ ਚੈੱਕਅਪ ਲਗਾਇਆ। ਡਾਕਟਰ ਸੰਜੀਵ ਹਾਂਸ MD ਸਕਿਨ ਉਹਨਾਂ ਦੀ ਕੈਲੀਬ੍ਰੇਸ਼ਨ ਨਾਲ, ਜਿਹਦੇ ਵਿੱਚ ਪੇਸ਼ੈਂਟਾਂ ਦੀ ਸਕਿਨ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਊਗਾ, ਉਹਨਾਂ ਨੂੰ ਡਾਇਗਨੋਸ ਕੀਤਾ ਜਾਊਗਾ ਤੇ ਜੋ ਵੀ ਵਧੀਆ ਸੁਜੈਸ਼ਨ ਹੈ, ਟ੍ਰੀਟਮੈਂਟ ਹੈ, ਉਹ ਕੀਤਾ ਜਾਊਗਾ। ਰੋਟਰੀ ਕਲੱਬ ਸਮਾਜ ਸੇਵਾ ਦੇ ਬਹੁਤ ਕੰਮ ਕਰਦਾ ਹੈ, ਇਲਿਟਰੇਸੀ ਤੇ ਹੋਰ ਸੋਸ਼ਲ ਕੰਮ ਜਿੰਨੇ ਹੈਲਥ ਤੇ ਟ੍ਰੈਫਿਕ ਤੇ ਜਿੰਨੇ ਵੀ ਸੋਸ਼ਲ ਕੰਮ ਆ ਉਹਦੇ ਵਿੱਚ ਰੋਟਰੀ ਕਲੱਬ ਪੂਰੀ ਕੋਸ਼ਿਸ਼ ਕਰਦਾ ਵੀ ਅਸੀਂ ਹਰ ਕੰਮ 'ਚ ਪਾਰਟਿਸਿਪੇਟ ਕਰੀਏ। ਰਾਏਕੋਟ ਵਿਖੇ ਨਿਫਾ ਟੀਮ ਇਕਾਈ ਦੀ ਸ਼ੁਰੂਆਤ ਕੀਤੀ ਗਈ ਹੈ। ਟੀਮ ਵੱਲੋਂ ਇਸ ਮੌਕੇ ਇੱਕ ਮੈਡੀਕਲ ਕੈਂਪ ਵੀ ਲਗਾਇਆ ਗਿਆ ਹੈ। ਇਸ ਦੌਰਾਨ ਲੋੜਵੰਦ ਲੋਕਾਂ ਨੂੰ ਮੁਫਤ ਚੈੱਕਅਪ ਕੀਤਾ ਗਿਆ, ਉੱਥੇ ਲੋੜੀਂਦੇ ਟੈਸਟ ਵੀ ਕੀਤੇ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਰਾਏਕੋਟ ਇਕਾਈ ਦੇ ਪ੍ਰਧਾਨ ਸ਼ਾਂਤੀ ਜੈਨ ਨੇ ਦੱਸਿਆ ਕਿ ਨਿਫਾ ਟੀਮ ਇੱਕ ਸਮਾਜ ਸੇਵੀ ਸੰਸਥਾ ਹੈ, ਜਿਸ ਦੇ ਤਹਿਤ ਮੈਡੀਕਲ ਕੈਂਪ, ਖੂਨਦਾਨ ਕੈਂਪ ਲਗਾਉਣ ਅਤੇ ਵਾਤਾਵਰਣ ਦੀ ਸ਼ੁੱਧਤਾ ਦੇ ਲਈ ਵਿਸ਼ੇਸ਼ ਕੰਮ ਕੀਤੇ ਜਾਂਦੇ ਨੇ। ਨਿਫਾ ਟੀਮ ਨੈਸ਼ਨਲ ਦੇ ਪ੍ਰਧਾਨ ਪੰਨੂ ਜੈਨ ਜੀ ਨੇ ਸਾਡੇ ਰਾਏਕੋਟ ਦੇ ਵਿੱਚ ਨਿਫਾ ਟੀਮ ਇਕਾਈ ਦਾ ਉਦਘਾਟਨ ਕੀਤਾ। ਇਹ ਟੀਮ ਮੇਨ ਬਲੱਡ ਯੂਨਿਟ ਔਰ ਸੋਸ਼ਲ ਐਕਟੀਵਿਟੀਜ਼ ਲਈ ਬਣਾਈ ਗਈ, ਜਿਹਦੇ ਤਹਿਤ ਅਸੀਂ ਪਿੱਛੇ ਸਰਦੀਆਂ ਦੇ ਵਿੱਚ ਗਰੀਬ ਬੱਚਿਆਂ ਨੂੰ ਟੋਪੀਆਂ, ਮਫਲਰ ਵਗੈਰਾ ਵੰਡੇ ਤੇ ਅੱਜ ਸਾਡੀ ਟੀਮ ਵੱਲੋਂ ਇੱਕ ਡਾਕਟਰ ਵਰੁਣ ਬਾਂਸਲ MD ਮੈਡੀਸਨ ਦੀ ਦੇਖ ਰੇਖ ਵਿੱਚ ਇੱਥੇ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ, ਜਿਹਦੇ ਵਿੱਚ ਕੀ ਜ਼ਰੂਰਤਮੰਦ ਪਰਿਵਾਰਾਂ ਦਾ ਇਲਾਜ ਅਤੇ ਟੈਸਟ ਫ੍ਰੀ ਕੀਤੇ ਜਾਂਦੇ ਹਨ, ਜੋ ਕਿ ਆਤਮ ਬੱਲਭ ਲੈਬੋਰਟਰੀ ਨੇੜੇ ਬੱਲਭ ਮਾਰਕੀਟ ਦੇ ਵਿੱਚ ਲਗਾਇਆ ਜਾ ਰਿਹਾ ਹੈ। ਸਾਡੀ ਸੰਸਥਾ ਦਾ ਮੇਨ ਮੋਟਿਵ ਵੀ ਇਹ ਹੈ ਕਿ ਜ਼ਰੂਰਤਮੰਦ ਪਰਿਵਾਰਾਂ ਨੂੰ ਉਹਨਾਂ ਦੇ ਜ਼ਰੂਰਤ ਦਾ ਸਮਾਨ ਜਾਂ ਇਲਾਜ ਫ੍ਰੀ ਮੁਹੱਈਆ ਕਰਾਇਆ ਜਾਵੇ। ਲੁਧਿਆਣਾ ਦੇ ਹੁੰਜਨ ਹਸਪਤਾਲ ਵਿਖੇ ਰੋਬੋਟਿਕ ਤਕਨੀਕ ਦਾ ਉਦਘਾਟਨ ਕੀਤਾ ਗਿਆ। ਇਸ ਦੇ ਨਾਲ ਹੀ ਲੁਧਿਆਣਾ ਰੋਬੋਟਿਕ ਸਰਜਰੀ ਕਰਨ ਵਾਲਾ ਉੱਤਰ ਭਾਰਤ ਦਾ ਪਹਿਲਾ ਸ਼ਹਿਰ ਬਣ ਗਿਆ ਹੈ। ਇਸ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਖਾਸ ਤੌਰ ਤੇ ਸ਼ਮੂਲੀਅਤ ਕੀਤੀ। ਇਸ ਦੌਰਾਨ ਪਦਮ ਸ਼੍ਰੀ RL ਮਿੱਤਲ ਵੀ ਮੌਜੂਦ ਰਹੇ। ਸਾਡਾ ਇਹ ਫੰਕਸ਼ਨ ਜਿਹੜਾ ਹੈ ਇਹ ਰੋਬੋਟਿਕ ਸਰਜਰੀ ਦੀ ਸ਼ੁਰੂਆਤ ਹੈ। ਇਹ ਨਾਰਥਰਨ ਇੰਡੀਆ ਦਾ ਸਭ ਤੋਂ ਪਹਿਲਾ ਰੋਬੋਟ ਸਰਜਰੀ ਵਾਸਤੇ ਜਿਹੜਾ ਹੈਗਾ ਉਹ ਅਸੀਂ ਹੁੰਜਨ ਹਸਪੀਟਲ ਲੁਧਿਆਣੇ ਦੇ ਵਿੱਚ ਲੈ ਕੇ ਆਏ ਹਾਂ। ਇਹਦੀ ਜਿਹੜੀ ਇਨੈਗੂਰੇਸ਼ਨ ਆ ਉਹ ਸ੍ਰੀ ਭਾਰਤ ਭੂਸ਼ਣ ਆਸ਼ੂ ਜੀ ਨੇ ਕੀਤੀ ਆ। ਮੇਰੇ ਟੀਚਰ ਡਾਕਟਰ ਪਦਮ ਸ਼੍ਰੀ ਡਾਕਟਰ RL ਮਿੱਤਲ ਵੀ ਆਏ ਹੋਏ ਨੇ। ਉਹਨਾਂ ਨੇ ਵੀ ਇਸ ਦੇ ਵਿੱਚ ਕੁਝ ਲਫ਼ਜ਼ ਜਿਹੜੇ ਨੇ ਉਹ ਲੋਕਾਂ ਨੂੰ ਦੱਸੇ ਨੇ ਤੇ ਕੀ ਚੀਜ਼ ਆ। ਇਹ ਇੱਕ ਦੁਨੀਆ ਦੀ ਸਭ ਤੋਂ ਵਧੀਆ ਗੋਡੇ ਬਦਲਣ ਦੀ ਟੈਕਨੀਕ ਆ, ਜਿਹਦੇ ਨਾਲ 0% ਐਰਰ, ਕੋਈ ਐਰਰ ਹੋਣ ਦੀ ਸੰਭਾਵਨਾ ਹੀ ਨਹੀਂ ਹੈ। ਅੱਜ ਦਾ ਜਿਹੜਾ ਫੰਕਸ਼ਨ ਹੈ ਜੀ ਉਹ ਅਸੀਂ ਜਿਹੜਾ ਰੱਖਿਆ ਉਹ ਇੱਕ ਅਸੀਂ ਨਵੀਂ ਰੋਬੋਟਿਕ ਟੈਕਨੋਲੋਜੀ ਲੈ ਕੇ ਆਏ ਹਾਂ ਜੁਆਇੰਟ ਰਿਪਲੇਸਮੈਂਟ ਲਈ, ਜਿਹੜਾ ਕਿ ਉੱਤਰੀ ਭਾਰਤ ਦਾ ਪਹਿਲਾ ਰੋਬੋਟ ਹੈ ਤੇ ਜਿਹਦੇ ਕਰਕੇ ਅਸੀਂ ਇਹ ਲਾਂਚ ਇਵੈਂਟ ਰੱਖਿਆ ਤੇ ਅੱਗੇ ਤੋਂ ਅਸੀਂ ਹੁਣ ਜਿੰਨੇ ਵੀ ਸਾਡੇ ਜੁਆਇੰਟ ਰਿਪਲੇਸਮੈਂਟ ਹੈ ਅਸੀਂ ਉਹ ਰੋਬੋਟ ਦੇ ਨਾਲ ਹੀ ਕਰਨੀ ਹੈ। ਸਾਡਾ ਜਿਹੜਾ ਲਾਂਚ ਸੀਗਾ ਉਹ ਆਪਣੇ ਕੈਬਨਿਟ ਮਿਨਿਸਟਰ ਸ਼੍ਰੀ ਭਰਤ ਭੂਸ਼ਣ ਆਸ਼ੂ ਜੀ ਤੋਂ ਕੀਤਾ ਗਿਆ ਸੀ ਤੇ ਨਾਲ ਹੀ ਸਾਡੇ ਪਦਮ ਸ਼੍ਰੀ ਡਾਕਟਰ RL ਮਿੱਤਲ ਸੀਗੇ, ਜਿਹੜੇ ਕਿ ਮੇਰੇ ਫਾਦਰ ਦੇ ਟੀਚਰ ਨੇ ਤੇ ਉਹਨਾਂ ਨੇ ਮਿਲ ਕੇ ਅੱਜ ਲਾਂਚ ਕੀਤਾ। ਭਗਤ ਰਵਿਦਾਸ ਜੀ ਦੇ ਆਗਮਨ ਪੁਰਬ ਮੌਕੇ ਗੁਰੂ ਹਰਰਾਏ ਦੀ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਹੈ। ਸ਼ੋਭਾ ਯਾਤਰਾ ਗੁਰੂ ਹਰਰਾਏ ਨਗਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਥਾਵਾਂ ਤੇ ਘੁੰਮਦੀ ਹੋਈ ਪਿੰਡ ਭੌਰਾ ਵਿਖੇ ਸਮਾਪਤ ਹੋਈ। ਇਸ ਮੌਕੇ ਭਾਈਚਾਰੇ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ ਤੇ ਸ਼ਾਮ ਨੂੰ ਆਪਣੇ ਘਰਾਂ ਦੇ ਵਿੱਚ ਰੌਸ਼ਨੀ ਕਰਨ ਦੀ ਅਪੀਲ ਕੀਤੀ ਗਈ ਹੈ। ਅੱਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਗੁਰੂ ਹਰਰਾਏ ਨਗਰ ਤੋਂ ਪਿਛਲੀ ਲਗਾਤਾਰ 5 ਸਾਲਾਂ ਤੋਂ ਇਹ 5ਵੀਂ ਸ਼ੋਭਾ ਯਾਤਰਾ ਹੈਗੀ ਆ। ਗੁਰੂ ਹਰਰਾਏ ਨਗਰ ਤੋਂ ਇਹ ਸਟਾਰਟ ਹੁੰਦੀ ਆ। ਸੋਮਨਾਥ ਬਾਲੀ ਜੀ ਔਰ ਗੁਰੂ ਹਰਰਾਏ ਨਗਰ ਦੀ ਸਾਰੀ ਸੰਗਤ ਜਿਹੜੀ ਆ ਕੇ ਕੱਢ ਰਹੇ ਨੇ। ਇਹ ਗੁਰੂ ਹਰਰਾਏ ਨਗਰ ਤੋਂ ਹੋ ਕੇ ਬਾਜੀਗਰ ਡੇਰਾ, ਭਾਰਤੀ ਕਲੋਨੀ, ਮਨਜੀਤ ਵਿਹਾਰ, ਆਕਾਸ਼ ਨਗਰ, ਅਮਨ ਨਗਰ ਹੁੰਦੇ ਹੋਏ ਇਹ ਪਿੰਡ ਭੌਰਾ 'ਚ ਜਾ ਕੇ ਸਮਾਪਤ ਹੁੰਦੀ ਹੈ। ਔਰ ਮੈਂ ਸਾਰੇ ਸੰਸਾਰ ਨੂੰ, ਭਾਰਤ ਵਾਸੀਆਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ। ਗੁਰਦੁਆਰਾ ਭਗਤ ਰਵਿਦਾਸ ਪ੍ਰਬੰਧਕ ਕਮੇਟੀ ਵੱਲੋਂ 5 ਪਿਆਰਿਆਂ ਦੀ ਅਗਵਾਈ ਦੇ ਵਿੱਚ
ਸ਼੍ਰੀ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਦੇ ਮੌਕੇ ਨਗਰ ਕੀਰਤਨ ਦਾ ਆਯੋਜਨ ਕੀਤਾ। ਇਸ ਮੌਕੇ ਬੱਚਿਆਂ ਨੇ ਗੱਤਕੇ ਦੇ ਜੌਹਰ ਵੀ ਦਿਖਾਏ। ਰਾਗੀ ਜਥਿਆਂ ਨੇ ਸੰਗਤਾਂ ਨੂੰ ਹਰ ਜਸ ਦੇ ਨਾਲ ਨਿਹਾਲ ਕੀਤਾ। ਵੱਖ-ਵੱਖ ਥਾਵਾਂ ਤੋਂ ਇਹ ਨਗਰ ਕੀਰਤਨ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਵਾਪਸ ਪਹੁੰਚਿਆ। ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਅੱਜ ਸੰਸਾਰ ਭਰ ਵਿੱਚ ਜਨਮ ਦਿਹਾੜਾ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਇੱਕ ਬਹੁਤ ਭਾਰੀ ਨਗਰ ਕੀਰਤਨ ਗੁਰਦੁਆਰਾ ਭਗਤ ਰਵਿਦਾਸ ਸੁਨੇਤ ਪਿੰਡ ਦੀ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੇਵਾ ਸੁਸਾਇਟੀਆਂ, ਸਭਾ ਸੁਸਾਇਟੀਆਂ, ਧਾਰਮਿਕ ਜਥਿਆਂ ਦੇ ਸਹਿਯੋਗ ਦੇ ਨਾਲ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਨਿਕਲ ਰਿਹਾ ਹੈ। ਔਰ ਅੱਜ ਦੇ ਦਿਨ ਤੇ ਮੈਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਅਤੇ ਸਾਰੀਆਂ ਸੰਗਤਾਂ ਨੂੰ ਉਸ ਭਗਤ ਰਵਿਦਾਸ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਦੱਬੇ ਹੋਏ ਕੁਚਲੇ ਲੋਕਾਂ ਨੂੰ ਉੱਚਾ ਚੱਕਣ ਵਿੱਚ ਅਤੇ ਜਾਤ ਪਾਤ ਦੇ ਭੇਦਭਾਵ ਨੂੰ ਦੂਰ ਕਰਨ ਵਿੱਚ ਲਗਾ ਦਿੱਤਾ। ਉਹਨਾਂ ਨੂੰ ਨਤਮਸਤਕ ਹੁੰਦਾ ਅਤੇ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੁਧਿਆਣਾ ਵਿਖੇ ਸ਼ਿਵਰਾਤਰੀ ਮਹੋਤਸਵ ਕਮੇਟੀ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ। 34ਵੀਂ ਵਿਸ਼ਾਲ ਸ਼ੋਭਾ ਯਾਤਰਾ ਦੇ ਸੰਬੰਧ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਵਿਸ਼ਾਲ ਵਿਚਾਰ ਚਰਚਾ ਕੀਤੀ ਗਈ। ਧਾਰਮਿਕ ਸਮਾਗਮ ਦਾ ਇਸ ਮੌਕੇ ਆਯੋਜਨ ਕੀਤਾ ਗਿਆ ਤੇ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੇ ਸੰਬੰਧ ਦੇ ਵਿੱਚ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਸ਼ਿਵਰਾਤਰੀ ਮਹੋਤਸਵ ਕਮੇਟੀ ਦੀ 34ਵੀਂ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਦਾ ਅੱਜ ਜਿਹੜੀ ਮੀਟਿੰਗ ਸੀਗੀ ਸਾਡੀ ਪਾਵਨ ਸਥਲੀ ਸੁਖਦੇਵ ਥਾਪਰ ਜੀ ਦੀ 9 ਘਰਾਂ ਦੇ ਵਿੱਚ ਔਰ ਬੜੀ ਖੁਸ਼ੀ ਹੋਈ। ਅਸੀਂ ਸਭ ਤੋਂ ਪਹਿਲਾਂ ਤਾਂ ਇਸ ਜਗ੍ਹਾ ਨੂੰ ਨਮਸਕਾਰ ਕੀਤਾ ਔਰ ਉਸ ਜਗ੍ਹਾ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਮੈਨੂੰ ਲੱਗਦਾ ਕਿ ਅੱਜ ਸਾਰੀ ਭੋਲੇ ਬਾਬਾ ਦੇ ਭਗਤਾਂ ਦੇ ਵਿੱਚ ਪੂਰਾ ਹਰਸ਼ ਔਰ ਉਲਾਸ ਸੀਗਾ ਇਸ ਯਾਤਰਾ ਦੇ ਲਈ ਔਰ ਜਿਹਦੇ ਵਿੱਚ ਸਾਡੀ ਸਪੈਸ਼ਲ ਮਹਿਲਾ ਕਾਂਗਰਸ ਦੀ ਡਿਊਟੀ ਹੁੰਦੀ ਹੈ ਔਰ ਅਸੀਂ ਬੜੇ ਹੁਮ-ਹਮਾ ਕੇ ਸਾਰਿਆਂ ਤੱਕ ਮੈਸੇਜ ਜ਼ਰੂਰ ਪਹੁੰਚਾਵਾਂਗੇ ਕਿ ਸਾਰੇ ਆਪਣੇ ਪਰਿਵਾਰਾਂ ਦੇ ਸਮੇਤ ਇਸ ਯਾਤਰਾ ਦੇ ਵਿੱਚ ਸ਼ਾਮਿਲ ਹੋਣ। ਜੈ ਭੋਲੇ ਬਾਬਾ, ਜੈ ਭੋਲੇ ਬਾਬਾ। ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਦੀ ਜਨਮ ਸਥਲੀ ਤੇ ਅੱਜ ਸ਼ਿਵਰਾਤਰੀ ਮਹੋਤਸਵ ਕਮੇਟੀ ਵੱਲੋਂ ਅੱਜ ਮੀਟਿੰਗ ਰੱਖੀ ਗਈ ਹੈ। ਇੱਥੇ 34ਵੀਂ ਸ਼ੋਭਾ ਯਾਤਰਾ ਹਰ ਸਾਲ ਇੱਥੋਂ ਨਿਕਲਦੀ ਹੈ ਔਰ ਲੁਧਿਆਣੇ ਦੇ ਵਿੱਚ ਸ਼ਹੀਦ ਸੁਖਦੇਵ ਥਾਪਰ ਜਨਮ ਸਥਲੀ ਤੇ ਇੱਕ ਮੀਟਿੰਗ ਲਾਸਟ ਰੱਖੀ ਜਾਂਦੀ ਹੈ ਔਰ ਮੈਂ ਇਹ ਸਮਝਦਾ ਜਿੰਨੇ ਸ਼ਿਵ ਭਗਤ ਹੈ ਉਹ ਇੱਥੇ ਰਾਜਨੀਤਿਕ ਪਾਰਟੀਆਂ ਦੇ ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਦੇ ਸਾਰੇ ਇਕੱਠੇ ਹੁੰਦੇ ਆ। ਉਹ ਭੋਲੇ ਦੇ ਭਗਤ ਹੈ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਅਕਾਲੀ ਲੀਡਰ ਹੋਵੇ, ਚਾਹੇ ਬੀਜੇਪੀ ਹੋਵੇ, ਚਾਹੇ ਸ਼ਿਵ ਸੈਨਾ ਹੋਵੇ, ਉਹ ਭੋਲੇ ਦੇ ਭਗਤ ਹੈ ਔਰ ਇੱਥੇ ਆਉਂਦੇ ਆ ਔਰ ਆ ਕੇ ਇੱਥੇ ਮੀਟਿੰਗ ਦੀ ਸਾਰੀ ਕਾਰਵਾਈ ਸੁਨੀਲ ਮਹਿਰਾ ਜੀ ਜਿਹੜੇ ਪ੍ਰਧਾਨ ਹੈ ਸ਼ਿਵਰਾਤਰੀ ਮਹੋਤਸਵ ਕਮੇਟੀ ਦੇ, ਉਹ ਇੱਥੇ ਆ ਕੇ ਮੀਟਿੰਗ ਰੱਖਦੇ ਆ ਔਰ ਸ਼ਹੀਦ ਸੁਖਦੇਵ ਥਾਪਰ ਟਰਸਟ ਵੱਲੋਂ ਔਰ ਉਹ ਸੁਖਦੇਵ ਥਾਪਰ ਦੇ ਵੰਸ਼ਜ ਵੱਲੋਂ ਇੱਥੇ ਮੀਟਿੰਗ ਦਾ ਆਯੋਜਨ ਕੀਤਾ ਜਾਂਦਾ ਹੈ। ਲੁਧਿਆਣਾ ਦੀ ਸਹਿਯੋਗ ਐਨਜੀਓ ਦੇ 1 ਸਾਲ ਪੂਰੇ ਹੋਣ ਤੇ ਮੀਟਿੰਗ ਕੀਤੀ ਗਈ। ਇਸ ਦੌਰਾਨ ਐਨਜੀਓ ਦੇ ਪ੍ਰਧਾਨ ਅਮਰਜੀਤ ਸਿੰਘ ਰਾਣਾ ਨੇ ਦੱਸਿਆ ਹੈ ਕਿ ਇਹ ਐਨਜੀਓ ਵੱਲੋਂ ਬਾਲ ਮਜ਼ਦੂਰੀ ਹਟਾਉਣ ਅਤੇ ਭਰੂਣ ਹੱਤਿਆ ਨੂੰ ਖਤਮ ਕਰਨ ਦੇ ਲਈ ਯਤਨ ਕੀਤੇ ਜਾਂਦੇ ਨੇ। ਮੌਕੇ ਤੇ ਮੌਜੂਦ ਐਨਜੀਓ ਮਨਜੀਤ ਸਿੰਘ ਸੋਮਲ ਨੇ ਦੱਸਿਆ ਹੈ ਕਿ ਐਨਜੀਓ ਵੱਲੋਂ ਜਲਦ ਹੀ ਸਿਲਾਈ ਸੈਂਟਰ ਵੀ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਲੜਕੀਆਂ ਨੂੰ ਫ੍ਰੀ ਸਿਲਾਈ ਸਿਖਲਾਈ ਜਾਵੇਗੀ। ਮੀਟਿੰਗ ਦੇ ਵਿੱਚ ਪੰਜਾਬ ਪੁਲਿਸ ਦੇ ਕੰਸਲਟੈਂਟ ਸਰਦਾਰ ਪ੍ਰਿਤਪਾਲ ਸਿੰਘ ਗੋਲਵੜੀਆ ਵੀ ਖਾਸ ਤੌਰ ਤੇ ਮੌਜੂਦ ਰਹੇ। ਕਹਿਣਾ ਚਾਹੁੰਦਾ ਕਿ ਸਾਡੀ ਸੰਸਥਾ ਦਾ ਜਿਹੜਾ ਇਨੋਗ੍ਰੇਸ਼ਨ ਹੋਇਆ ਸੀ ਜਾਂ ਆਗਾਜ਼ ਹੋਇਆ ਸੀ ਉਹ ਸਿਰਫ ਤੇ ਸਿਰਫ ਚਾਈਲਡ ਲੇਬਰ ਤੇ ਫੀਮੇਲ ਫੋਟੀਸਾਈਡ ਦੇ ਖਿਲਾਫ ਜੰਗ ਹੈ। ਸਾਡੇ ਜਿਹੜੇ ਮੈਂਬਰਸ ਨਾਲ ਜੁੜੀ ਜਾ ਰਹੇ ਨੇ ਉਹਨਾਂ ਦਾ ਵੀ ਮਨ 'ਚ ਇਹੀ ਹੈ ਕਿ ਅਸੀਂ ਸਮਾਜ ਭਲਾਈ ਦੇ ਲਈ ਕੁਝ ਕਰ ਸਕੀਏ, ਸਮਾਜ 'ਚ ਕੋਈ ਅਵੇਅਰਨੈਸ ਪੈਦਾ ਕਰ ਸਕੀਏ। ਅੱਜ ਸਾਡੀ ਐਨੂਅਲ ਜਨਰਲ ਮੀਟਿੰਗ ਹੈ ਜਿਹਦੇ 'ਚ ਪਿਛਲੇ ਸਾਲ ਦੇ ਕੀਤੇ ਕੰਮਾਂ ਦਾ ਲੇਖਾ ਜੋਖਾ ਅਸੀਂ ਕਰਾਂਗੇ ਤੇ ਜਿਹੜੇ ਅਗਲੇ ਸਾਲ 'ਚ ਹੋਰ ਕੰਮ ਕਰਨੇ ਆ ਉਹਨਾਂ ਦੀ ਪਲੈਨਿੰਗ ਕਰਾਂਗੇ। ਨੈਕਸਟ ਈਅਰ 'ਚ ਸਾਡੀ ਇਹ ਪਲੈਨਿੰਗ ਆ ਕਿ ਅਸੀਂ ਸਭ ਤੋਂ ਪਹਿਲਾਂ ਤਾਂ ਚਾਈਲਡ ਲੇਬਰ ਦੇ ਅਗੇਂਸਟ ਜਗ੍ਹਾ ਜਗ੍ਹਾ 'ਤੇ ਜਾ ਕੇ ਸ਼ਾਪ ਟੂ ਸ਼ਾਪ, ਫੈਕਟਰੀ ਟੂ ਫੈਕਟਰੀ ਸਾਡੇ ਮੈਂਬਰਸ ਵਿਜ਼ਿਟ ਕਰਕੇ ਅਵੇਅਰ ਕਰਨਗੇ ਕਿ ਕਿਸੇ ਵੀ ਬੱਚੇ ਨੂੰ ਅੰਡਰ ਏਜ ਨੂੰ ਚਾਈਲਡ ਲੇਬਰ ਨਾ ਰੱਖਿਆ ਜਾਵੇ
ਤਾਂ ਕਿ ਉਹਦਾ ਭਵਿੱਖ ਖਰਾਬ ਨਾ ਹੋਵੇ। ਉਹ ਕਹਿੰਦੇ ਜੀ ਇਹ ਪਿਕਚਰ ਇਜ਼ ਵਰਥ 1000 ਵਰਡਸ, ਜਿਹੜੀਆਂ ਆਪਾਂ ਇੱਕ ਪੂਰਾ ਲੇਖ ਲਿਖ ਕੇ ਲੋਕਾਂ ਨੂੰ ਸਮਝਾ ਸਕਦੇ ਹਾਂ। ਜਿਹੜੀ ਇੱਕ ਫੋਟੋ ਹੈ ਉਹ ਲੋਕਾਂ ਨੂੰ ਬੜੀ ਈਜ਼ੀਲੀ ਉਸ ਚੀਜ਼ ਵੱਲ ਧਿਆਨ ਖਿੱਚ ਸਕਦੀ ਹੈ। ਸੋ ਜਿਹੜੇ ਕਲਾਕਾਰ ਨੇ ਜਿਹਨਾਂ ਇਹੋ ਜਿਹੇ ਸੂਖਮ ਮੁੱਦਿਆਂ ਦੇ ਉੱਪਰ ਆਪਣਾ ਕਲਾ ਨੂੰ ਵਰਤਦੇ ਨੇ, ਅਸੀਂ ਉਹਨਾਂ ਦੇ ਧੰਨਵਾਦੀ ਹਾਂ ਅਤੇ ਅਸੀਂ ਚਾਹਾਂਗੇ ਕਿ ਉਹ ਇਹਨਾਂ ਮੁੱਦਿਆਂ ਨੂੰ ਹੋਰ ਉਭਾਰਨ। ਐਂਡ ਵੀ ਆਰ ਥੈਂਕਫੁਲ ਕਿ ਮੈਂ ਖੁਸ਼ ਮਹਿਸੂਸ ਕਰ ਰਿਹਾ ਕਿ ਅੱਜ ਮੈਨੂੰ ਚਾਈਲਡ ਲੇਬਰ ਦੇ ਨਾਲ ਜਿਹੜਾ ਪੋਸਟਰ ਹੈ ਉਹ ਰਿਲੀਜ਼ ਕਰਨ ਦਾ ਮੌਕਾ ਮਿਲਿਆ। ਅਤੇ ਮੈਂ ਮੈਮ ਜਸਪ੍ਰੀਤ ਕਲਸੀ ਨੂੰ, ਉਹਨਾਂ ਦੀ ਫੈਮਿਲੀ ਨੂੰ, ਕਿਉਂਕਿ ਬਿਨਾਂ ਫੈਮਿਲੀ ਦੇ ਸਪੋਰਟ ਦੇ ਕਲਾਕਾਰ ਨਹੀਂ ਪੁੰਗਰ ਸਕਦੇ। ਇਹਨਾਂ ਸਾਰਿਆਂ ਦਾ ਸਹਿਯੋਗ ਜਿਹੜਾ ਹੈਗਾ ਉਹ ਸਮਾਜ ਨੂੰ ਪੋਜ਼ੀਟਿਵ ਪਾਸੇ ਲਿਜਾ ਰਿਹਾ ਅਤੇ ਮੈਂ ਅੱਜ ਬਹੁਤ ਖੁਸ਼ੀ ਨਾਲ ਇਹ ਪੋਸਟਰ ਰਿਲੀਜ਼ ਕਰ ਰਿਹਾ। ਥੈਂਕ ਯੂ। ਲੁਧਿਆਣਾ ਦੇ ਇੰਡੀਅਨ ਆਈਡਲ ਅਕੈਡਮੀ ਦੇ ਵਿੱਚ ਸਿੰਗਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਦੇ ਵਿੱਚ ਮਿਸਿਜ਼ ਏਸ਼ੀਆ ਯੂਨੀਵਰਸ ਸੋਨੀਆ ਆਲੂਵਾਲੀਆ ਵੱਲੋਂ ਸ਼ਿਰਕਤ ਕੀਤੀ ਗਈ। ਸ਼ਹਿਰ ਦੇ ਵਿੱਚੋਂ ਵੱਖ-ਵੱਖ ਪ੍ਰਤੀਭਾਗੀਆਂ ਨੇ ਇਸ ਮੁਕਾਬਲੇ ਦੇ ਵਿੱਚ ਹਿੱਸਾ ਲਿਆ। ਇਸ ਮੁਕਾਬਲੇ ਦੇ ਵਿੱਚ ਸ਼ਾਇਰੀ ਗੀਤ ਸੁਣਾ ਕੇ ਬੱਚਿਆਂ ਵੱਲੋਂ ਆਪਣਾ ਟੈਲੈਂਟ ਦਿਖਾਇਆ ਗਿਆ। ਅੱਜ ਮੈਂ ਇੰਡੀਅਨ ਆਈਡਲ ਅਕੈਡਮੀ ਵੱਲੋਂ ਇੱਥੇ ਇਨਵਾਈਟਡ ਹਾਂ, ਜਿਸ 'ਚ ਐਜ਼ ਏ ਚੀਫ ਗੈਸਟ ਮੈਂ ਇੱਥੇ ਇਨਵਾਈਟਡ ਹਾਂ ਔਰ ਬੜਾ ਅੱਛਾ ਲੱਗ ਰਿਹਾ ਦੇਖ ਕੇ, ਜਿਹਦੇ 'ਚ ਕਿ ਹਰ ਸਿਟੀ ਤੋਂ ਇੱਥੇ ਪਾਰਟਿਸਪੈਂਟਸ ਆਏ ਹੋਏ ਨੇ ਔਰ ਬੜਾ ਅੱਛਾ ਲੱਗ ਰਿਹਾ ਦੇਖ ਕੇ। ਮਤਲਬ ਕੋਈ ਸਿੰਗਿੰਗ ਲਈ, ਕੋਈ ਸ਼ਾਇਰੀ ਲਈ ਔਰ ਕੋਈ ਆਪਣੀ ਨਗਮਾ, ਮਤਲਬ ਬਹੁਤ ਅੱਛਾ ਲੱਗ ਰਿਹਾ, ਮਤਲਬ ਵਧੀਆ ਲੱਗ ਰਿਹਾ ਦੇਖ ਕੇ ਔਰ ਖੂਬ ਅਸੀਂ ਇੰਜੋਏ ਕਰ ਰਹੇ ਹਾਂ। ਔਰ ਇੱਕ ਅੱਛਾ ਪਲੇਟਫਾਰਮ ਹੈ ਜਿਹੜਾ ਇਹਨਾਂ ਨੇ ਰਵਿਨੰਦਨ ਜੀ ਨੇ ਦਿੱਤਾ ਹੋਇਆ और जिसके कि सबनों अपना टैलेंट शो करने का एक मौका मिल रहा है। आई एम कामना अरोड़ा। जो ये इंडियन आइडल का प्रोग्राम कराया गया है रविनंदन जी की तरफ से, बहुत ऑसम प्रोग्राम कराया गया है और यहाँ हमें इनवाइट किया गया है एज अ गेस्ट। और मैं चाहती हूँ कि ऐसे जो प्लेटफॉर्म्स होते हैं यही एक सिंगर्स को एक मकाम देते हैं। और जो ये मकाम मैंने आज देखा अंदर की, मतलब लोग कैसे कैसे, मतलब इतनी अच्छी अच्छी आवाज़ है, लोगों की वॉइस है, उनको एक प्लेटफॉर्म मिल रहा है। रविनंदन जी ये बहुत अच्छा काम कर रहे हैं कि एक सिंगर को एक प्लेटफॉर्म दे रहे हैं। ਲੁਧਿਆਣਾ ਖਬਰਨਾਮਾ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਲੁਧਿਆਣਾ ਦੇ ਗਾਂਧੀ ਬਾਜ਼ਾਰ 'ਚ ਹੋਈ ਖੂਨੀ ਝੜਪ, ਨਜ਼ਦੀਕੀ ਦੁਕਾਨਦਾਰ ਦੀ ਬਾਈਕ ਦੇ ਨਾਲ ਨੌਜਵਾਨ ਦੀ ਹੋਈ ਟੱਕਰ। ਨੌਜਵਾਨਾਂ ਦੀ 15-20 ਵਿਅਕਤੀਆਂ ਵੱਲੋਂ ਕੀਤੀ ਗਈ ਕੁੱਟਮਾਰ ਦੀਆਂ ਤਸਵੀਰਾਂ ਹੋਈਆਂ ਸੀਸੀਟੀਵੀ ਕੈਮਰੇ 'ਚ ਕੈਦ। ਸਵਾਲਾਂ ਦੇ ਘੇਰੇ 'ਚ ਆਇਆ ਖੰਨਾ ਦਾ ਸਿਵਲ ਹਸਪਤਾਲ। ਜਣੇਪੇ ਲਈ ਆਈ ਮਹਿਲਾ ਦੀ ਨਹੀਂ ਲਈ ਸਾਰ। ਮਹਿਲਾ ਨੂੰ ਗੋਦ ਦੇ ਵਿੱਚ ਉਠਾ ਕੇ ਘੁੰਮਦਾ ਰਿਹਾ ਪਤੀ। ਲਾਪਰਵਾਹੀ ਦੀ ਵੀਡੀਓ ਆਈ ਸਾਹਮਣੇ। ਰੋਸ ਵਿੱਚ ਆਏ ਪਰਿਵਾਰ ਨੇ ਲਗਾਇਆ ਧਰਨਾ। ਹੁੰਜਨ ਹਸਪਤਾਲ ਦੇ ਵਿੱਚ ਰੋਬੋਟਿਕ ਤਕਨੀਕ ਦੀ ਕੀਤੀ ਗਈ ਸ਼ੁਰੂਆਤ। ਰੋਬੋਟਿਕ ਤਕਨੀਕ ਨਾਲ ਹੋਵੇਗੀ ਗੋਡੇ ਤੇ ਚੂਲੇ ਦੀ ਸਰਜਰੀ। ਰੋਬੋਟਿਕ ਤਕਨੀਕ ਵਾਲਾ ਉੱਤਰ ਭਾਰਤ ਦਾ ਪਹਿਲਾ ਸ਼ਹਿਰ ਬਣਿਆ ਲੁਧਿਆਣਾ। ਉਦਘਾਟਨ ਦੌਰਾਨ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਰਹੇ ਮੌਜੂਦ। ਲੁਧਿਆਣਾ ਵਿਖੇ ਭਗਤ ਰਵਿਦਾਸ ਜੀ ਦੇ ਜਨਮ ਦਿਨ ਨੂੰ ਸਮਰਪਿਤ ਨਗਰ ਕੀਰਤਨ। ਗੁਰਦੁਆਰਾ ਭਗਤ ਰਵਿਦਾਸ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਆਯੋਜਨ। ਪੰਜ ਪਿਆਰਿਆਂ ਨੇ ਕੀਤੀ ਨਗਰ ਕੀਰਤਨ ਦੀ ਅਗਵਾਈ। ਬੱਚਿਆਂ ਨੇ ਵਿਖਾਏ ਗੱਤਕੇ ਦੇ ਜੌਹਰ। ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਜਾਂਦੇ ਜਾਂਦੇ ਜ਼ਰੂਰੀ ਜਾਣਕਾਰੀ, ਆਪਣੇ ਕਿਸੇ ਵੀ ਸ਼ਿਕਾਇਤ ਜਾਂ ਸੁਝਾਅ ਨੂੰ ਸਾਡੇ ਨਾਲ ਸਾਂਝਾ ਕਰਨ ਦੇ ਲਈ news@fastway.in ਤੇ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ ਤੇ ਸਾਡੇ ਪ੍ਰੋਗਰਾਮ ਆਨਲਾਈਨ ਦੇਖਣ ਦੇ ਲਈ www.fastway.in ਤੇ ਤੁਸੀਂ ਲੌਗਇਨ ਵੀ ਕਰ ਸਕਦੇ ਹੋ। ਫਿਲਹਾਲ ਮੈਨੂੰ ਦਿਓ ਇਜਾਜ਼ਤ। ਧੰਨਵਾਦ।